ਸਾਕਾ ਨਵੰਬਰ 1984 ਹਿੰਦੂ ਤਵ ਦਾ ਮਹਾਤਾਂਡਵ ਸਰਕਾਰੀਏ ਸਿੱਖ ਵੀ ਨਾ ਬਖਸ਼ੇ ਗਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਕਤਲੇਆਮ ਦਾ ਇੱਕ ਹੋਰ ਉਗੜਵਾਂ ਲੱਛਣ ਇਹ ਪ੍ਰਗਟ ਹੋਇਆ ਹੈ ਕਿ ਸਿੱਖ ਵਿਰੋਧੀ ਫਿਰਕੂ ਹਿੰਸਾ ਦੇ ਇਸ ਦਾਵਾ ਨਲ ਦਾ ਸੇਕ ਸਿੱਖ ਸਮਾਜ ਦੇ ਸਾਰੇ ਵਰਗਾਂ ਅਤੇ ਅੰਗਾਂ ਨੂੰ ਸਹਿਣਾ ਪਿਆ। ਜਿਨ੍ਹਾਂ ਦੀਆਂ ਜਾਨਾਂ ਬਚ ਰਹੀਆਂ, ਉਹਨਾਂ ਦੀਆਂ ਜਾਇਦਾਦੋਂ ਸਿੱਧੇ ਹਮਲਿਆਂ ਤੋਂ ਬਚੇ ਰਹੇ, ਉਹਨਾਂ ਨੂੰ ਸਹਿਮ ਨੇ ਘਾਇਲ ਕਰੀ ਰੱਖਿਆ। ਜਿਹੜੇ ਲੋਕ ਇਸ ਕਤਲੋ ਗਾਰਤ ਉੱਤੇ ਕਾਰਨ ਅਤੇ ਨਤੀਜੇ ਦਾ ਸਿਧਾਂਤ ਲਾਗੂ ਕਰਕੇ ਪੰਜਾਬ ਅੰਦਰਲੀ ਸਿੱਖ ਹਿੰਸਾ ਨਾਲ ਇਸ ਦੀਆਂ ਕੜੀਆਂ ਜੋੜਦੇ ਹਨ, ਉਹਨਾਂ ਕੋਲ ਇਸ ਤੱਥ ਦਾ ਕੀ ਜਵਾਬ ਹੈ ਕਿ ਹਥਿਆਰੀਆਂ ਭੀੜਾਂ ਨੇ ਸਿੱਖ ਸਮਾਜ ਅੰਦਰਲੇ ਉਹਨਾਂ ਤੱਤਾਂ ਨੂੰ ਵੀ ਨਹੀਂ ਬਖਸ਼ਿਆ ਜਿਨ੍ਹਾਂ ਦਾ ਨਾਂ ਸਿਰਫ ਪੰਜਾਬ ਅੰਦਰਲੀਆਂ ਖਾੜਕੂ ਸਿੱਖ ਵਾਰਦਾਤਾਂ ਨਾਲ ਕੋਈ ਦੂਰ ਦਾ ਵੀ ਵਾਸਤਾ ਨਹੀਂ ਸੀ, ਸਗੋਂ ਜਿਹੜੇ ਉਸ ਖਾੜਕੂ ਰੁਝਾਨ ਨੂੰ ਹਕੂਮਤੀ ਜ਼ਬਰ ਨਾਲ ਕੁਚਲ ਦੇਣ ਦੀ ਸਰਕਾਰੀ ਹਿੰਦੂ ਰਣਨੀਤੀ ਦੇ ਮੋਹਰੇ ਬਣੇ ਹੋਏ ਸਨ। ਮਿਸਾਲ ਵਜੋਂ ਦਰਬਾਰ ਸਾਹਿਬ ਤੇ ਫੌਜੀ ਹਮਲੇ ਤੋਂ ਬਾਅਦ ਢੱਠੇ ਹੋਏ ਅਕਾਲ ਤਖਤ ਦੀ ਮੁੜ ਉਸਾਰੀ ਕਰਨ ਲਈ ਸਰਕਾਰ ਨੂੰ ਨਿਰਲੱਜਪੁਣੇ ਨਾਲ ਆਪਣੀਆਂ ਸੇਵਾਵਾਂ ਅਰਪਿਤ ਕਰਨ ਵਾਲੇ ਨਿਹੰਗ ਮੁਖੀ ਸੰਤਾ ਸਿੰਘ 96 ਕਰੋੜੀ ਦੇ ਨਿਹੰਗ ਅਤੇ ਉਸ ਦੇ ਹੋਰ ਕਿੰਨੇ ਹੀ ਸਾਥੀ ਵੀ ਹਿੰਦੂ ਫਿਰਕਾ ਪ੍ਰਸਤੀ ਦੇ ਦੈਂਤ ਦਾ ਖਾਜਾ ਬਣ ਗਏ ਸਨ। ਹਜ਼ਾਰਾਂ ਹੋਰ ਸਿੱਖਾਂ ਵਾਂਗ ਉਹਨਾਂ ਨੂੰ ਵੀ ਉਸੇ ਨਿਰਦਈ ਪੁਣੇ ਨਾਲ ਕਤਲ ਕਰ ਦਿੱਤਾ ਗਿਆ ਸੀ। ਜੂਨ 1984 ਵਿੱਚ ਹਿੰਦੂ ਹਾਕਮਾਂ ਵੱਲੋਂ ਸਿੱਖਾਂ ਵਿਰੁੱਧ ਆਪਣੀ ਫਿਰਕੂ ਵਿਉ ਲਾਉਣ ਲਈ ਪਹਿਲਾਂ ਅਕਾਲ ਤਖਤ ਸਾਹਿਬ ਨੂੰ ਟੈਂਕਾਂ ਨਾਲ ਥੇ ਕਰ ਦੇਣ ਅਤੇ ਫਿਰ ਆਪਣੇ ਇਸ ਪਾਪ ਉੱਤੇ ਪਰਦਾਪੋਸ਼ੀ ਕਰਨ ਲਈ ਉਸ ਦੀ ਮੁੜ ਉਸਾਰੀ ਕਰਨ ਦਾ ਪਰਪੰਚ ਰਚਣ ਦੇ ਕਰਮ ਨੇ ਸਿੱਖਾਂ ਦੇ ਹਿਰਦਿਆਂ ਅੰਦਰ ਨਛੱਤਰ ਫੇਰ ਦਿੱਤਾ ਸੀ। ਹਾਕਮਾਂ ਦੇ ਇਸ ਕੁਕਰਮ ਵਿੱਚ ਭਾਈਵਾਲ ਬਣੇ ਦਾਗੀ ਸਿੱਖਾਂ ਚੋਂ ਇੱਕ ਪ੍ਰਮੁੱਖ ਨਾਂ ਤੇਜਵੰਤ ਸਿੰਘ ਦਿੱਲੀ ਸੀ। ਅਕਾਲ ਤਖਤ ਦੀ ਮੁੜ ਉਸਾਰੀ ਦਾ ਠੇਕਾ ਉਸੇ ਦੀ ਹੀ ਸਕਿਪਰਜ਼ ਕੰਪਨੀ ਨੂੰ ਦਿੱਤਾ ਗਿਆ ਸੀ। ਉਸ ਉੱਤੇ ਇਹ ਮਿਹਰ ਉਸ ਦੀ ਆਪਣੀ ਕਿਸੇ ਲਿਆਕਤ ਕਰਕੇ ਨਹੀਂ, ਬਲਕਿ ਉਸ ਦੇ ਬਾਪ ਹਰਬੰਸ ਸਿੰਘ ਦੀ ਨੇਕ ਕਮਾਈ ਕਰਕੇ ਹਾਸਲ ਹੋਈ ਸੀ। ਹਰਬੰਸ ਸਿੰਘ ਪਹਿਲਾ ਸਿੱਖ ਵਿਦਵਾਨ ਸੀ ਜਿਸ ਨੇ ਵੱਖਰੀ ਕੌਮ ਦੀ ਧਾਰਨਾ ਅਤੇ ਖਾਲਿਸਤਾਨ ਦੇ ਵਿਚਾਰ ਵਿਰੁੱਧ ਸਭ ਤੋਂ ਪਹਿਲਾਂ ਸਿਧਾਂਤਕ ਮੋਰਚਾ ਖੋਲ੍ਹਿਆ ਸੀ। ਗੋਪਾਲ ਸਿੰਘ ਦਰਦੀ ਤੋਂ ਇਲਾਵਾ ਉਹ ਇੱਕੋ ਇੱਕ ਅਜਿਹਾ ਸਿੱਖ ਵਿਦਵਾਨ ਸੀ ਜਿਸ ਨੇ ਦਰਬਾਰ ਸਾਹਿਬ ਤੇ ਫੌਜੀ ਹਮਲੇ ਦੀ ਪੂਰੀ ਬੇਸ਼ਰਮੀ ਨਾਲ ਹਮਾਇਤ ਕੀਤੀ ਸੀ। ਇਸ ਪਿਓ ਪੁੱਤਰ ਜੋੜੀ ਨੂੰ 1984 ਦੇ ਕਾਲੇ ਨਵੰਬਰ ਦੇ ਪਹਿਲੇ 3 ਦਿਨ ਦਨ ਦਨਾਉਂਦੇ ਫਿਰਦੇ ਕਾਤਲਾਂ ਦੇ ਗਰੋਹਾਂ ਕੋਲੋਂ ਆਪਣੀਆਂ ਜਾਨਾਂ ਬਚਾਉਣ ਲਈ ਹੋਰਨਾਂ ਦੇ ਘਰੀਂ ਜਾ ਕੇ ਸਿਰ ਲੁਕਾਉਣਾ ਪਿਆ ਸੀ। ਨਾਲ ਹੀ ਹੁਣ ਸਰਦਾਰ ਤਰਲੋਚਨ ਸਿੰਘ, ਜਿਸ ਨੇ ਜੂਨ 1984 ਤੋਂ ਲੈ ਕੇ ਅਕਤੂਬਰ ਤੱਕ ਲਗਾਤਾਰ 5 ਮਹੀਨੇ ਸਿੱਖਾਂ ਦੀਆਂ ਧਾਰਮਿਕ ਅਤੇ ਰਾਜਸੀ ਸੰਸਥਾਵਾਂ ਉੱਤੇ ਸਰਕਾਰ ਪ੍ਰਸਤ ਤੱਤਾਂ ਦਾ ਗਲਬਾ ਸਥਾਪਿਤ ਕਰਨ ਲਈ ਦਿਨ ਰਾਤ ਇੱਕ ਕਰੀ ਰੱਖਿਆ ਸੀ, ਦੀ ਵੀ ਸੁਣ ਲਓ। 31 ਅਕਤੂਬਰ ਸ਼ਾਮ ਨੂੰ ਗਿਆਨੀ ਜੈਲ ਸਿੰਘ ਦੀ ਦਿੱਲੀ ਦੇ ਪਾਲਮ ਹਵਾਈ ਅੱਡੇ ਤੋਂ ਮੈਡੀਕਲ ਇੰਸਟੀਚਿਊਟ ਤੱਕ ਦੀ ਯਾਤਰਾ ਦੌਰਾਨ ਸਾਡੀਆਂ ਦੋਵੇਂ ਕਾਰਾਂ, ਇੱਕ ਜਿਸ ਵਿੱਚ ਰਾਸ਼ਟਰਪਤੀ ਦਾ ਸਕੱਤਰ ਬੈਠਾ ਸੀ ਅਤੇ ਇੱਕ ਜਿਸ ਵਿੱਚ ਮੈਂ ਬੈਠਾ ਸੀ, ਬੁਰੀ ਤਰ੍ਹਾਂ ਭੀੜ ਦਾ ਸ਼ਿਕਾਰ ਹੋਈਆਂ। ਮੈਂ ਕੇਵਲ ਡਰਾਈਵਰ ਦੀ ਹੁਸ਼ਿਆਰੀ ਕਾਰਨ ਹੀ ਬਚ ਸਕਿਆ, ਜਿਸ ਨੇ ਮੈਨੂੰ ਬੜੀ ਫੁਰਤੀ ਨਾਲ ਘਰ ਪਹੁੰਚਾਇਆ। ਕੇਂਦਰੀ ਹੋਮ ਮਿਨਿਸਟਰੀ ਅੰਦਰ ਸਭ ਤੋਂ ਉੱਚੇ ਰੁਤਬੇ ਵਾਲੇ ਸਿੱਖ ਅਫਸਰ ਸਰਦਾਰ ਗੁਰਦੇਵ ਸਿੰਘ ਗਰੇਵਾਲ, ਜੋ ਅਕਾਲੀਆਂ ਪ੍ਰਤੀ ਆਮ ਕਰਕੇ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਪ੍ਰਤੀ ਖਾਸ ਕਰਕੇ ਮਨ ਅੰਦਰ ਤਿੱਖੀ ਘਿਰਣਾ ਰੱਖਦਾ ਸੀ ਅਤੇ ਜਿਸ ਨੇ ਸੰਯੁਕਤ ਸਕੱਤਰ ਦੀ ਹੈਸੀਅਤ ਵਿੱਚ ਧਰਮ ਯੁੱਧ ਮੋਰਚੇ ਦੌਰਾਨ
ਕੇਂਦਰ ਸਰਕਾਰ ਦੀਆਂ ਸਿੱਖ ਦੁਸ਼ਮਣ ਨੀਤੀਆਂ ਨੂੰ ਲਾਗੂ ਕਰਨ ਵਿੱਚ ਉਤਸ਼ਾਹੀ ਭੂਮਿਕਾ ਨਿਭਾਈ ਸੀ। ਨਾਲ ਵੀ ਜੋ ਬੀਤੀ ਉਸ ਨੂੰ ਪੜ੍ਹ ਕੇ ਹਰ ਸੰਵੇਦਨਸ਼ੀਲ ਵਿਅਕਤੀ ਦਾ ਮਨ ਦਹਿਲ ਜਾਂਦਾ ਹੈ। ਗੁਰਦੇਵ ਗਰੇਵਾਲ ਦੀ ਪਤਨੀ ਪਾਲੀ ਗਰੇਵਾਲ ਨੇ 21 ਸਾਲਾਂ ਬਾਅਦ ਜਾ ਕੇ ਆਪਣੀ ਧੀ ਜੋਤੀ ਗਰੇਵਾਲ ਨਾਲ ਉਹਨਾਂ ਮਨਹੂਸ ਘੜੀਆਂ ਦੀ ਯਾਦ ਇਸ ਤਰ੍ਹਾਂ ਸਾਂਝੀ ਕੀਤੀ। ਮੈਂ 47 ਦੀ ਵੰਡ ਵੇਖੀ ਸੀ। ਮੈਨੂੰ ਪਤਾ ਸੀ ਕਿ ਕੀ ਕੁਝ ਵਾਪਰ ਸਕਦਾ ਹੈ। ਫਿਕਰਾਂ ਨੇ ਮੈਨੂੰ ਘੇਰ ਲਿਆ ਸੀ। ਮੇਰੀ ਹਾਲਤ ਉਸੇ ਤਰ੍ਹਾਂ ਹੋ ਗਈ ਸੀ ਜਿਹੋ ਜੀ 47 ਵੇਲੇ ਮੇਰੀ ਮਾਂ ਦੀ ਸੀ, ਜਿਸ ਨੂੰ ਆਪਣੀਆਂ 3 ਧੀਆਂ ਨੂੰ ਸੰਭਾਲਣਾ ਪਿਆ ਸੀ। ਅੱਜ 1984 ਵਿੱਚ ਆਪਣੀਆਂ 2 ਧੀਆਂ ਦੀ ਜ਼ਿੰਮੇਵਾਰੀ ਮੇਰੇ ਆਪਣੇ ਹੀ ਸਿਰ ਤੇ ਸੀ। ਮੈਂ ਬਹੁਤ ਸੋਚਿਆ ਕਿ ਕੀ ਕੀਤਾ ਜਾਵੇ। ਮੇਰੇ ਪਤੀ ਗੁਰਦੇਵ ਨੂੰ ਪ੍ਰਸ਼ਾਸਨ ਤੇ ਜ਼ਿਆਦਾ ਹੀ ਵਿਸ਼ਵਾਸ ਸੀ, ਪਰ ਜਦ ਉਸ ਨੂੰ ਟੈਲੀਫੋਨ ਤੇ ਪਤਾ ਲੱਗਿਆ ਕਿ ਸਾਡੇ ਨੇੜੇ ਹੀ ਜਸਟਿਸ ਚੱਢਾ ਦੇ ਘਰ ਤੇ ਹਮਲਾ ਹੋ ਗਿਆ ਹੈ ਤਾਂ ਉਹ ਵੀ ਫਿਕਰਮੰਦ ਹੋ ਗਿਆ। ਪੁਲਿਸ ਦੀ ਸਹਾਇਤਾ ਲੈਣ ਲਈ ਉਸ ਨੇ DIG ਰਜਿੰਦਰ ਸਹਾਏ ਨੂੰ ਫੋਨ ਕੀਤਾ। ਅੱਗੋਂ ਜਵਾਬ ਮਿਲਿਆ, ਸਰ ਮੈਨੂੰ ਅਫਸੋਸ ਹੈ ਕਿ ਅਸੀਂ ਤੁਹਾਡੀ ਮਦਦ ਨਹੀਂ ਕਰ ਸਕਦੇ, ਸਾਨੂੰ ਉੱਪਰੋਂ ਹੁਕਮ ਹੈ। ਸਹਾਏ ਦੇ ਇਹ ਸ਼ਬਦ ਸੁਣ ਕੇ ਉਹ ਹਿੱਲ ਗਿਆ। ਹੁਣ ਉਸ ਨੂੰ ਪਤਾ ਲੱਗਿਆ ਕਿ ਦਿੱਲੀ ਵਿੱਚ ਕੀ ਹੋਣ ਜਾ ਰਿਹਾ ਹੈ। ਮੈਂ ਗੁਆਂਢੀਆਂ ਦੇ ਘਰ ਗਈ ਅਤੇ ਉਹਨਾਂ ਨੂੰ ਪੁੱਛਿਆ ਕਿ ਕੀ ਉਹ ਅੱਜ ਦੀ ਰਾਤ ਮੇਰੀਆਂ ਧੀਆਂ ਨੂੰ ਆਪਣੇ ਘਰ ਰੱਖ ਸਕਦੇ ਹਨ, ਪਰ ਉਹਨਾਂ ਦੇ ਜਵਾਬ ਨੇ ਮੇਰੇ ਪੈਰਾਂ ਹੇਠੋਂ ਜ਼ਮੀਨ ਕੱਢ ਦਿੱਤੀ। ਆਖਰਕਾਰ ਹੈ ਤਾਂ ਹਿੰਦੂ ਹੀ ਸਨ ਅਤੇ ਅਸੀਂ ਸਿੱਖ। ਉਹਨਾਂ ਸਿੱਧਾ ਜਵਾਬ ਦੇ ਦਿੱਤਾ, ਮੁਆਫ ਕਰਨਾ, ਅਸੀਂ ਨਹੀਂ ਰੱਖ ਸਕਦੇ। ਮੈਨੂੰ ਬਹੁਤ ਗੁੱਸਾ ਆਇਆ। ਫਿਰ ਅਸੀਂ ਸਾਰੇ ਜਣਿਆਂ ਨੇ ਗੁਰੂ ਮਹਾਰਾਜ ਦਾ ਆਸਰਾ ਤੱਕਿਆ ਅਤੇ ਰਲ ਕੇ ਗੁਰੂ ਗ੍ਰੰਥ ਸਾਹਿਬ ਮੂਹਰੇ ਅਰਦਾਸ ਕੀਤੀ। ਉਸ ਤੋਂ ਬਾਅਦ ਮੈਂ ਖਾਣਾ ਤਿਆਰ ਕੀਤਾ, ਪਰ ਕਿਸੇ ਨਾ ਖਾਧਾ। 1 ਨਵੰਬਰ ਤੱਕ ਸਾਨੂੰ ਕਾਫੀ ਪਤਾ ਲੱਗ ਗਿਆ ਸੀ ਕਿ ਦਿੱਲੀ ਸੜ ਰਹੀ ਸੀ ਅਤੇ ਸਿੱਖਾਂ ਨੂੰ ਕੋਹ ਕੇ ਮਾਰਿਆ ਜਾ ਰਿਹਾ ਸੀ। ਮੈਂ ਬਹੁਤ ਜ਼ਿਆਦਾ ਡਰ ਰਹੀ ਸੀ। ਫਿਰ ਮੈਂ ਇੱਕ ਹੋਰ ਗਵਾਂਢੀ ਦੇ ਘਰ ਗਈ ਅਤੇ ਉਹਨਾਂ ਕੋਲੋਂ ਪਿਸਤੌਲ ਮੰਗਿਆ। ਮੈਂ ਸੋਚਿਆ ਕਿ ਜੇ ਭੀੜਾਂ ਨੇ ਹਮਲਾ ਕਰ ਦਿੱਤਾ ਤਾਂ ਮੈਂ ਸਾਰਿਆਂ ਨੂੰ ਮਾਰ ਕੇ ਆਪਣੇ ਆਪ ਨੂੰ ਗੋਲੀ ਮਾਰ ਲਵਾਂਗੀ, ਪਰ ਉਹਨਾਂ ਨੇ ਵੀ ਜਵਾਬ ਦੇ ਦਿੱਤਾ। ਸਗੋਂ ਗਵਾਂਢਣ ਅੱਗੋਂ ਕਹਿਣ ਲੱਗੀ, ਤੁਹਾਨੂੰ ਪਤਾ ਹੈ ਕਿ ਸਿੱਖ ਵੱਡੀ ਪੱਧਰ ਤੇ ਹਿੰਦੂਆਂ ਨੂੰ ਮਾਰ ਰਹੇ ਹਨ। ਜੰਮੂ ਵੱਲੋਂ ਗੱਡੀਆਂ ਲਾਸ਼ਾਂ ਨਾਲ ਭਰੀਆਂ ਆ ਰਹੀਆਂ ਹਨ। ਮੈਂ ਉਨੀ ਪੈਰੀ ਵਾਪਸ ਆ ਗਈ। ਸਾਡੇ ਘਰ 2 ਕਿਰਪਾਨਾਂ ਸਨ। ਮੈਂ ਸੋਚਿਆ ਕਿ ਜੇ ਲੋੜ ਪਈ ਤਾਂ ਇਹਨਾਂ ਨਾਲ ਹੀ ਆਪਣੇ ਆਪ ਨੂੰ ਵੱਢ ਲਵਾਂਗੇ। ਫਿਰ ਮੈਨੂੰ ਇੱਕ ਹੋਰ ਸਕੀਮ ਸੁੱਝੀ। ਮੈਂ ਤੀਲਾਂ ਵਾਲੀਆਂ ਡੱਬੀਆਂ ਲੈ ਆਈ। ਉਹਨਾਂ ਨਾਲ ਘਰ ਦੇ ਪਰਦਿਆਂ ਤੇ ਬਹੁਤ ਜਲਦੀ ਅੱਗ ਫੜ ਲੈਣੀ ਸੀ। ਸਾਡੇ ਘਰ ਹੋਰ ਕੁਝ ਵੀ ਨਹੀਂ ਸੀ। ਮੈਂ ਤੈਨੂੰ ਸਮਝਾਇਆ ਕਿ ਜਦੋਂ ਭੀੜ ਆਉਂਦੀ ਦਿਖੇ ਤਾਂ ਦਬਾ-ਦਬ ਤੀਲ ਬਾਲ ਕੇ ਪਰਦਿਆਂ ਤੇ ਸੁੱਟ ਦੇਵੇਂ। ਗੁਰਦੇਵ ਤੁਹਾਨੂੰ ਦੋਵਾਂ ਨੂੰ ਆਪਣੇ ਦੋਹੀਂ ਪਾਸੀਂ ਬਿਠਾ ਕੇ ਬਾਹਾਂ ਵਿੱਚ ਲੈ ਕੇ ਸਾਰੀ ਰਾਤ ਜਾਗਦਾ ਰਿਹਾ। ਮੈਨੂੰ ਨਹੀਂ ਯਾਦ ਕਿ ਤੁਸਾਂ ਆਪਸ ਵਿੱਚ ਕੋਈ ਗੱਲ ਕੀਤੀ ਸੀ ਜਾਂ ਨਹੀਂ। ਅਗਲੀ ਸਵੇਰ ਸਾਨੂੰ ਮਿਸਟਰ ਐਕਸ ਨਾਂ ਲੁਕਾ ਲਿਆ ਗਿਆ ਦਾ ਫੋਨ ਆ ਗਿਆ ਕਿ ਹੁਣ ਤੁਹਾਨੂੰ ਡਰਨਾ ਨਹੀਂ ਚਾਹੀਦਾ, ਕਿਉਂਕਿ ਭੀੜਾਂ ਦੇ ਆਗੂਆਂ ਨੂੰ ਕਹਿ ਦਿੱਤਾ ਗਿਆ ਹੈ ਕਿ ਸਰਕਾਰੀ ਬੰਗਲਿਆਂ ਤੇ ਹਮਲੇ ਨਹੀਂ ਕਰਨੇ। ਜਦੋਂ ਸਾਡੀ ਵੱਡੀ ਨੌਕਰਾਣੀ ਕੰਮ ਕਰਨ ਆਈ ਤਾਂ ਕਹਿਣ ਲੱਗੀ, ਬੜਾ ਮਜ਼ਾ ਆ ਰਿਹਾ ਹੈ। ਅੱਜ ਜਮਨਾ ਪਾਰੋਂ ਕੱਪੜੇ ਆ ਰਹੇ ਹਨ ਜੋ ਬਹੁਤ ਸਸਤੇ ਮਿਲਣਗੇ। ਮੈਨੂੰ ਇਹ ਵੀ ਪਤਾ ਲੱਗਾ ਕਿ ਸਾਡੀ ਛੋਟੀ ਨੌਕਰਾਣੀ ਮਹੱਲੇ ਵਿੱਚ ਕਹਿ ਰਹੀ ਹੈ ਕਿ ਗਰੇਵਾਲਾ ਨੇ ਇੰਦਰਾ ਗਾਂਧੀ ਦੀ ਮੌਤ ਤੇ ਖੁਸ਼ੀ ਮਨਾਈ ਸੀ। ਕਿੰਨੀ ਮੂਰਖ ਸੀ ਉਹ ਔਰਤ। ਗੁਰਦੇਵ ਨਾਲ ਕੰਮ ਕਰ ਰਹੇ ਜਾਂ ਕਰਦੇ ਰਹੇ ਕਿਸੇ ਵੀ ਵਿਅਕਤੀ ਨੇ ਸਾਡਾ ਹਾਲ ਚਾਲ ਨਾ ਪੁੱਛਿਆ। ਰਾਤੋਂ ਰਾਤ ਉਹ ਹਿੰਦੂ ਬਣ ਗਏ ਅਤੇ ਅਸੀਂ ਸਿੱਖ। ਕਈ ਮਹੀਨਿਆਂ ਤੱਕ ਲੋਕਾਂ ਦਾ ਸਾਡੇ ਨਾਲ ਵਿਹਾਰ ਚੰਗਾ ਨਾ ਰਿਹਾ। ਇੱਕ ਦਿਨ ਤੇਰੀ ਭੈਣ ਪ੍ਰੀਤੀ ਕਾਲਜ ਤੋਂ ਵਾਪਸ ਆਈ ਤਾਂ ਉਹ ਬਹੁਤ ਹੀ ਭੱਖੀ ਹੋਈ ਸੀ। ਕਹਿਣ ਲੱਗੀ, ਰੱਬ ਕਰੇ ਮੈਨੂੰ ਕਿਤਿਓਂ ਬਰੂਦ ਮਿਲ ਜਾਵੇ।
ਮੈਂ ਕਿਹਾ, ਕੀ ਗੱਲ ਹੋਈ? ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਕਰਨ ਲੱਗ ਪਈ ਐ? ਉਸ ਦਾ ਜਵਾਬ ਸੀ, ਮੈਂ ਆਪਣੇ ਕਾਲਜ ਦੇ ਦਫ਼ਤਰ ਨੂੰ ਉਡਾ ਦੇਣਾ ਚਾਹੁੰਦੀ ਹਾਂ। ਉੱਥੇ ਲੋਕ ਮੇਰੇ ਨਾਂ ਨਾਲ ਲੱਗੇ ਕੌਰ ਸ਼ਬਦ ਤੇ ਜ਼ੋਰ ਦੇ ਕੇ ਹੱਸਦੇ ਹਨ। ਗੁਰਦੇਵ ਨੂੰ ਵੀ ਆਪਣੇ ਦਫ਼ਤਰ ਵਿੱਚ ਹਰ ਤਰ੍ਹਾਂ ਦੇ ਅਪਮਾਨ ਦਾ ਸਾਹਮਣਾ ਕਰਨਾ ਪਿਆ। ਹਰ ਕੋਈ ਉਸ ਨੂੰ ਇੱਕ ਮਾਮੂਲੀ ਜਿਹਾ ਬੰਦਾ ਸਮਝਣ ਲੱਗ ਪਿਆ ਸੀ। ਬਹੁਤ ਡਰਾਉਣੇ ਦਿਨ ਸਨ ਉਹ। ਤੁਸੀਂ ਆਪਣਾ ਸਮਾਂ ਗੁਰਦੁਆਰੇ ਬਿਤਾਉਣ ਲੱਗੀਆਂ। ਫਿਰ ਤੁਸੀਂ ਰਿਫਿਊਜੀ ਕੈਂਪਾਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ। ਮੈਨੂੰ ਕੁਝ ਵੀ ਨਹੀਂ ਸੀ ਪਤਾ ਕਿ ਤੁਸੀਂ ਕੀ ਕਰ ਰਹੀਆਂ ਹੋ। ਨਾ ਹੀ ਮੈਂ ਤੁਹਾਨੂੰ ਪੁੱਛ ਹੀ ਸਕਦੀ ਸੀ, ਕਿਉਂਕਿ ਅੱਗੋਂ ਤੁਸੀਂ ਮੈਨੂੰ ਟੁੱਟ ਕੇ ਪੈ ਜਾਂਦੀਆਂ ਸੀ ਅਤੇ ਚੁੱਪ ਰਹਿਣ ਲਈ ਕਹਿਣ ਲੱਗ ਪੈਂਦੀਆਂ ਸੀ। ਇੱਕ ਦਿਨ ਤੁਸੀਂ ਬਹੁਤ ਹੀ ਉਖੜੀ ਹੋਈ ਹਾਲਤ ਵਿੱਚ ਘਰ ਆਈਆਂ ਅਤੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਤੁਸੀਂ ਕੁਝ ਵੀ ਨਹੀਂ ਸੀ ਦੱਸ ਰਹੀਆਂ ਕਿ ਕੀ ਹੋਇਆ, ਬਸ ਰੋਈ ਹੀ ਜਾ ਰਹੀਆਂ ਸੀ। ਮੈਨੂੰ ਉਹ ਦਿਨ ਚੰਗੀ ਤਰ੍ਹਾਂ ਯਾਦ ਹੈ। ਬਹੁਤ ਹੀ ਭਿਆਨਕ ਦਿਨ ਸੀ ਉਹ। ਪ੍ਰੀਤੀ ਦੇ ਇੱਕ ਦੋਸਤ ਨੇ ਸਾਡੀ ਮਦਦ ਕਰਨ ਦੀ ਪੇਸ਼ਕਸ਼ ਕੀਤੀ। ਉਹ ਇੱਕ ਅਮਰੀਕਨ ਲੜਕਾ ਸੀ। ਉਹ ਸਾਡੇ ਦੁੱਖ ਨੂੰ ਸਮਝ ਸਕਦਾ ਸੀ, ਸ਼ਾਇਦ ਇਸ ਕਰਕੇ ਕਿ ਉਹ ਇੱਕ ਯਹੂਦੀ ਸੀ। ਸਿੱਖ ਰਾਜਨੀਤੀ ਅੰਦਰ ਸੱਚੀ ਤੇ ਸੁੱਚੀ ਪੰਥ ਪ੍ਰਸਤੀ ਨੂੰ ਰੂਪਮਾਨ ਕਰਦੀ, ਜਿਸ ਪੰਥਕ ਧਾਰਾ ਨੂੰ ਫਿਰਕੂ ਰੁਝਾਨ ਕਹਿ ਕੇ ਭੰਡਿਆ ਜਾਂਦਾ ਹੈ। ਹਰਕਿਸ਼ਨ ਸਿੰਘ ਸੁਰਜੀਤ ਨਾਲੋਂ ਵੱਧ ਉਸ ਦਾ ਕੱਟੜ ਵਿਰੋਧੀ ਤੇ ਦੋਖੀ ਹੋਰ ਕੌਣ ਹੋ ਸਕਦਾ ਹੈ, ਜਿਸ ਨੇ ਆਪਣੇ ਰਾਜਸੀ ਜੀਵਨ ਦੀ ਅੱਧੀ ਸਦੀ ਪੰਥ ਪ੍ਰਸਤੀ ਦੇ ਸੁੱਚੇ ਜਜ਼ਬੇ ਨੂੰ ਭੰਡਣ, ਨਿਖੇੜਨ ਤੇ ਖਦੇੜਨ ਦੇ ਅਪਵਿੱਤਰ ਕਾਰਜ ਦੇ ਲੇਖੇ ਲਾ ਦਿੱਤੀ ਸੀ। 1 ਨਵੰਬਰ ਨੂੰ ਤੀਨ ਮੂਰਤੀ ਹਾਊਸ ਵਿਖੇ ਇੰਦਰਾ ਗਾਂਧੀ ਨੂੰ ਆਪਣੀ ਸ਼ਰਧਾਂਜਲੀ ਅਰਪਣ ਕਰਨ ਪਹੁੰਚੇ ਉਸ ਸੁਰਜੀਤ ਨੂੰ ਹਿੰਸਕ ਹਿੰਦੂ ਭੀੜ ਕੋਲੋਂ ਆਪਣੀ ਜਾਨ ਬਚਾਉਣ ਲਈ ਭੱਜਣਾ ਪੈ ਗਿਆ ਸੀ। ਉਸ ਦੀ ਆਪਣੀ ਜ਼ੁਬਾਨੀ ਸੁਣੋ, ਉਸ ਦਿਨ ਮੈਂ ਵੀ ਅਨੇਕਾਂ ਲਾਸ਼ਾਂ ਵਿੱਚੋਂ ਇੱਕ ਲਾਸ਼ ਬਣ ਸਕਦਾ ਸੀ। ਅਸੀਂ ਨਮੂੰਦਰੀ ਪਦ, ਬਿਸਵਾ ਪਨਈਆ ਅਤੇ ਸਮਰ ਮੁਖਰਜੀ ਅਜੇ ਤੀਨ ਮੂਰਤੀ ਭਵਨ ਦੇ ਵਿਹੜੇ ਵਿੱਚ ਹੀ ਸਾਂ ਕਿ ਭੀੜ ਵਿੱਚੋਂ ਕੁਝ ਵਿਅਕਤੀਆਂ ਨੇ ਮੈਨੂੰ ਵੇਖ ਲਿਆ। ਉਹ ਮੇਰੇ ਵੱਲ ਦੌੜੇ। 5000 ਵਿਅਕਤੀਆਂ ਤੋਂ ਵੱਧ ਦੀ ਇਹ ਭੀੜ ਸੰਘ ਪਾੜਵੇਂ ਸਿੱਖ ਵਿਰੋਧੀ ਨਾਅਰੇ ਲਗਾ ਰਹੀ ਸੀ। ਭੀੜ ਦਾ ਇਹ ਦ੍ਰਿਸ਼ ਹੀ ਬੰਦੇ ਦੀ ਡਰ ਨਾਲ ਜਾਨ ਕੱਢ ਲੈਣ ਲਈ ਕਾਫੀ ਸੀ। ਮੈਨੂੰ ਲੱਗਿਆ ਕਿ ਹੁਣ ਬਚ ਨਿਕਲਣ ਦਾ ਕੋਈ ਰਾਹ ਨਹੀਂ ਰਿਹਾ। ਮੈਂ ਕਾਮਰੇਡ ਨੰਬੂਦਰੀ ਪਦ ਅਤੇ ਦੂਸਰੇ ਸਾਥੀਆਂ ਨੂੰ ਕਿਹਾ ਕਿ ਮੈਨੂੰ ਇਕੱਲੇ ਨੂੰ ਛੱਡ ਦਿਓ, ਕਿਉਂਕਿ ਇਹ ਬਿਲਕੁਲ ਸਪਸ਼ਟ ਹੋ ਚੁੱਕਾ ਸੀ ਕਿ ਜੇ ਉਹਨਾਂ ਨੇ ਮੇਰੀ ਕੋਈ ਮਦਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਹਮਲੇ ਦਾ ਸ਼ਿਕਾਰ ਹੋ ਸਕਦੇ ਸਨ। ਪਰ ਚੰਗੀ ਕਿਸਮਤ ਨੂੰ ਉਹ ਸੀਡੀ ਅਫਸਰ ਮੇਰੇ ਵੱਲ ਭੱਜਿਆ ਆਇਆ ਅਤੇ ਕਹਿਣ ਲੱਗਾ ਕਿ ਮੈਂ ਕਿਸੇ ਤਰ੍ਹਾਂ ਭੱਜ ਕੇ ਉਸ ਦੀ ਜੀਪ ਕੋਲ ਪਹੁੰਚ ਜਾਵਾਂ ਜੋ ਥੋੜੀ ਦੂਰ ਤੇ ਖੜੀ ਸੀ। ਸੁਰਜੀਤ ਨੇ ਅੱਗੇ ਦੱਸਿਆ ਕਿ ਅਗਲੇ 3 ਦਿਨ ਉਸ ਨੂੰ ਪਾਰਟੀ ਦਫ਼ਤਰ ਅੰਦਰ ਹੀ ਛੁਪ ਕੇ ਰਹਿਣਾ ਪਿਆ ਸੀ। ਸਿੱਖ ਸਮਾਜ ਅੰਦਰਲੇ ਨਾਮਧਾਰੀ ਵਰਗ ਨੇ 1947 ਤੋਂ ਬਾਅਦ ਰਾਜਸੀ ਖੇਤਰ ਵਿੱਚ ਕਾਂਗਰਸ ਪਾਰਟੀ ਦਾ ਲਗਾਤਾਰ ਪੱਖ ਪੂਰਿਆ। 1 ਨਵੰਬਰ ਨੂੰ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਅਰਪਣ ਕਰਨ ਗਏ ਨਾਮਧਾਰੀ ਜਥੇ ਨੂੰ ਵੀ ਜਾਨ ਬਚਾ ਕੇ ਚੋਰਾਂ ਵਾਂਗ ਭੱਜਣਾ ਪੈ ਗਿਆ ਸੀ। ਦਿੱਲੀ ਦੀਆਂ ਜਮਨਾ ਪਾਰ ਦੀਆਂ ਮੁੜ ਵਸੇਬਾ ਬਸਤੀਆਂ ਅੰਦਰ ਗਰੀਬ ਸਿੱਖ ਵਰਗਾਂ, ਜਿਨ੍ਹਾਂ ਵਿੱਚੋਂ ਬਹੁਤਿਆਂ ਦਾ ਅਕਾਲੀਆਂ ਜਾਂ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨਾਲ ਕੋਈ ਵਾਹ ਵਾਸਤਾ ਨਹੀਂ ਸੀ ਅਤੇ ਜਿਨ੍ਹਾਂ ਦੀ ਬਹੁ ਗਿਣਤੀ ਤਾਂ ਪੰਜਾਬੀ ਸਿੱਖਾਂ ਦੀਆਂ ਸਿਆਸੀ ਮੰਗਾਂ ਦੀ ਵਿਰੋਧੀ ਸੀ ਅਤੇ ਜੋ ਕਾਂਗਰਸ ਦੇ ਪੱਕੇ ਵੋਟ ਬੈਂਕ ਸਮਝੇ ਜਾਂਦੇ ਸਨ, ਉਹਨਾਂ ਨਾਲ ਵਾਪਰੀ ਤਰਾਸਦੀ ਤੋਂ ਹਰ ਕੋਈ ਜਾਣੂ ਹੈ। ਹੋਰ ਕਿਸੇ ਦੀ ਗੱਲ ਤਾਂ ਛੱਡੋ, ਜੇਕਰ ਦੇਸ਼ ਦਾ ਰਾਸ਼ਟਰਪਤੀ ਇੰਨਾ ਦਹਿਲ ਗਿਆ ਸੀ ਕਿ ਉਹ ਰਾਸ਼ਟਰਪਤੀ ਭਵਨ ਤੋਂ ਬਾਹਰ ਪੈਰ ਪਾਉਣ ਦੀ ਜੁਰਤ ਨਹੀਂ ਸੀ ਕਰ ਸਕਦਾ, ਤਾਂ ਇਹ ਅੰਦਾਜ਼ਾ ਲਗਾਉਣਾ ਔਖਾ ਨਹੀਂ ਸੀ ਕਿ ਦਹਿਸ਼ਤ ਦੇ ਉਹਨਾਂ ਦਿਨਾਂ ਦੌਰਾਨ ਆਮ ਸਿੱਖਾਂ ਉੱਤੇ ਕੀ ਗੁਜ਼ਰੀ ਹੋਵੇਗੀ। ਗਿਆਨੀ ਜ਼ੈਲ ਸਿੰਘ ਦੀ ਲਾਚਾਰੀ ਦਾ ਤੇ ਨਾਲ ਹੀ ਨਪੁੰਸਕਤਾ ਦਾ ਵੀ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ
ਕਿ ਉਹ ਆਪਣੇ ਇੱਕ ਨਜ਼ਦੀਕੀ ਰਿਸ਼ਤੇਦਾਰ, ਜੋ ਖੁਦ ਇੱਕ ਅਹਿਮ ਵਿਅਕਤੀ ਦਾ ਜਵਾਈ ਸੀ, ਦੀ ਨਾ ਸਿਰਫ ਜਾਨ ਦੀ ਰੱਖਿਆ ਹੀ ਨਾ ਕਰ ਸਕਿਆ, ਸਗੋਂ ਉਸ ਦੀ ਲਾਸ਼ ਲੈਣ ਲਈ ਵੀ ਉਸ ਨੂੰ ਮਦਨ ਲਾਲ ਖੁਰਾਣਾ ਬੀਜੇਪੀ ਆਗੂ ਦੇ ਹਾੜੇ ਕੱਢਣੇ ਪਏ ਸਨ। ਨਾਨਾਵਤੀ ਕਮਿਸ਼ਨ ਅੱਗੇ ਦਿੱਤੇ ਹਾਲ ਖੁਰਾਣਾ ਨੇ ਇਹ ਹੈਰਾਨੀਜਨਕ ਖੁਲਾਸਾ ਕੀਤਾ ਹੈ ਕਿ 3 ਨਵੰਬਰ ਨੂੰ ਮੈਨੂੰ ਪੰਜਾਬ ਰਾਜ ਬਿਜਲੀ ਬੋਰਡ ਦੇ ਚੇਅਰਮੈਨ ਸ੍ਰੀ NS ਵਸੰਤ ਦੀ ਪਤਨੀ ਦਾ ਫੋਨ ਆਇਆ ਕਿ ਪਟੇਲ ਨਗਰ ਵਿੱਚ ਉਸ ਦੇ ਜਵਾਈ ਸ੍ਰੀ ਵਿਰਦੀ ਨੂੰ ਇੱਕ ਭੀੜ ਨੇ ਕਤਲ ਕਰ ਦਿੱਤਾ ਹੈ ਅਤੇ ਉਸ ਦੀ ਲਾਸ਼ ਨੂੰ ਪੁਲਿਸ ਕੋਲੋਂ ਲੈਣ ਲਈ ਬੇਨਤੀ ਕੀਤੀ। ਸ਼੍ਰੀਮਤੀ ਵਸੰਤ ਦੇ ਫੋਨ ਤੋਂ ਝੱਟ ਬਾਅਦ ਹੀ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦਾ ਫੋਨ ਵੀ ਆ ਗਿਆ। ਗਿਆਨੀ ਜੀ ਕਹਿਣ ਲੱਗੇ ਕਿ ਇਹ ਨਾ ਸਮਝੀ ਕਿ ਮੈਂ ਭਾਰਤ ਦਾ ਰਾਸ਼ਟਰਪਤੀ ਤੇਰੇ ਨਾਲ ਗੱਲ ਕਰ ਰਿਹਾ ਹਾਂ, ਇਹ ਤੇਰਾ ਦੋਸਤ ਜੈਲ ਸਿੰਘ ਹੈ ਜੋ ਤੇਰੇ ਨਾਲ ਗੱਲ ਕਰ ਰਿਹਾ ਹੈ। ਮੇਰੇ ਇੱਕ ਰਿਸ਼ਤੇਦਾਰ ਸ੍ਰੀ ਵਿਰਦੀ ਨੂੰ ਪਟੇਲ ਨਗਰ ਵਿੱਚ ਕਤਲ ਕਰ ਦਿੱਤਾ ਗਿਆ ਹੈ। ਉਸ ਦੀ ਲਾਸ਼ ਨੂੰ ਪੁਲਿਸ ਤੋਂ ਲੈਣ ਲਈ ਉਸ ਦੇ ਪਰਿਵਾਰ ਦੀ ਮਦਦ ਕਰਨ ਦੀ ਮਿਹਰਬਾਨੀ ਕਰਨੀ ਤਾਂ ਜੋ ਉਸ ਦੀਆਂ ਅੰਤਮ ਰਸਮਾਂ ਕੀਤੀਆਂ ਜਾ ਸਕਣ। ਮੈਂ ਪਟੇਲ ਨਗਰ ਦੇ ਥਾਣੇ ਗਿਆ ਅਤੇ ਅਸਿਸਟੈਂਟ ਪੁਲਿਸ ਕਮਿਸ਼ਨਰ ਰਾਮ ਮੂਰਤੀ ਨੂੰ ਮਿਲਿਆ। ਮੈਂ ਰਾਮ ਮੂਰਤੀ ਨੂੰ ਬੇਨਤੀ ਕੀਤੀ ਕਿ ਸ੍ਰੀ ਵਿਰਦੀ ਦੀ ਲਾਸ਼ ਉਸ ਦੇ ਰਿਸ਼ਤੇਦਾਰਾਂ ਨੂੰ ਦੇ ਦਿੱਤੀ ਜਾਵੇ। ਸ੍ਰੀ ਮੂਰਤੀ ਨੇ ਕਿਹਾ ਕਿ ਸ੍ਰੀ ਵਿਰਦੀ ਦੀ ਲਾਸ਼ ਉਸ ਦੇ ਰਿਸ਼ਤੇਦਾਰਾਂ ਨੂੰ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਉਸ ਨੂੰ ਉੱਪਰੋਂ ਹੁਕਮ ਹੈ ਕਿ ਕਿਸੇ ਦੀ ਵੀ ਲਾਸ਼ ਉਸ ਦੇ ਰਿਸ਼ਤੇਦਾਰਾਂ ਨੂੰ ਨਾ ਦਿੱਤੀ ਜਾਵੇ। ਚਰਨਜੀਤ ਸਿੰਘ ਕੋਕਾ ਕੋਲਾ ਅਤੇ ਮਹਿੰਦਰ ਸਿੰਘ ਸਾਥੀ ਦਿੱਲੀ ਦੇ 2 ਪ੍ਰਮੁੱਖ ਸਿਆਸੀ ਲੀਡਰ ਸਨ। ਚਰਨਜੀਤ ਸਿੰਘ ਇੱਕ ਧਨਾੜ ਸਨਅਤਕਾਰ ਹੋਣ ਦੇ ਨਾਲ-ਨਾਲ ਕਾਂਗਰਸ ਪਾਰਟੀ ਵੱਲੋਂ ਮੈਂਬਰ ਪਾਰਲੀਮੈਂਟ ਵੀ ਸੀ। ਕਾਂਗਰਸ ਪਾਰਟੀ ਅਤੇ ਇੰਦਰਾ ਗਾਂਧੀ ਪ੍ਰਤੀ ਜਿਸ ਦੀ ਵਫਾਦਾਰੀ ਉੱਤੇ ਕਦੇ ਕਿਸੇ ਨੇ ਉਂਗਲ ਨਹੀਂ ਸੀ ਉਠਾਈ, ਪਰ 1 ਨਵੰਬਰ ਨੂੰ ਇੱਕ ਨਹੀਂ ਸੈਂਕੜੇ ਉਂਗਲਾਂ ਉੱਠੀਆਂ। ਵੇਖਦਿਆਂ ਵੇਖਦਿਆਂ ਉਸ ਦੀਆਂ ਨਜ਼ਾਫਗੜ੍ਹ, ਓਖਲਾ ਤੇ ਬਦਰਪੁਰ ਅੰਦਰਲੀਆਂ ਕੋਕਾ ਕੋਲਾ ਦੀਆਂ ਫੈਕਟਰੀਆਂ ਸਾੜ ਕੇ ਸੁਆਹ ਕਰ ਦਿੱਤੀਆਂ ਗਈਆਂ। ਇਸ ਨਾਲ ਉਸ ਦਾ ਜੋ ਮਾਇਕ ਨੁਕਸਾਨ ਹੋਣਾ ਸੀ ਉਹ ਤਾਂ ਹੋ ਗਿਆ। ਉਸ ਨੂੰ ਜਿਸ ਨਰਾਦਰੀ ਤੇ ਜਲਾਲਤ ਦਾ ਸਾਹਮਣਾ ਕਰਨਾ ਪਿਆ, ਉਸ ਦਾ ਉਸ ਨੂੰ ਕੋਈ ਘੱਟ ਦੁੱਖ ਨਹੀਂ ਹੋਇਆ। ਉਸ ਨੇ ਪੱਤਰਕਾਰਾਂ ਸਾਹਮਣੇ ਰੋਣ ਹਾਕਾ ਹੁੰਦਿਆਂ ਕਿਹਾ, ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਦਿੱਲੀ ਦੇ ਮੇਰੇ ਕਿਸੇ ਵੀ ਸਾਥੀ MP ਕੋਲ ਇੰਨਾ ਵੀ ਨਾ ਸਰਿਆ ਕਿ ਉਹ ਫੋਨ ਕਰਕੇ ਮੇਰਾ ਹਾਲ ਹੀ ਪੁੱਛ ਲਵੇ। ਹਿੰਸਾ ਦੌਰਾਨ ਹੋਏ ਮਾਇਕ ਨੁਕਸਾਨ ਤੇ ਅਪਮਾਨ ਸਦਕਾ ਭਾਰੀ ਮਾਨਸਿਕ ਔਖ ਤੋਂ ਉਹ ਦਿੱਲੀ ਦੇ 39 ਸਿੱਖ ਸਨਅਤਕਾਰਾਂ ਨਾਲ ਰਲ ਕੇ ਪ੍ਰਧਾਨ ਮੰਤਰੀ ਨੂੰ ਦਿੱਤੇ ਜਾਣ ਵਾਲੇ ਇੱਕ ਅਜਿਹੇ ਮੈਮੋਰੈਂਡਮ ਉੱਤੇ ਦਸਤਖਤ ਕਰ ਬੈਠਾ ਸੀ, ਜਿਸ ਵਿੱਚ ਸਰਕਾਰ ਦੁਆਰਾ ਸਿੱਖਾਂ ਦੀ ਰੱਖਿਆ ਲਈ ਤੁਰੰਤ ਕਦਮ ਨਾ ਚੁੱਕੇ ਜਾਣ ਦੀ ਸੂਰਤ ਵਿੱਚ ਸਿੱਖਾਂ ਵੱਲੋਂ ਦਿੱਲੀ ਨੂੰ ਛੱਡ ਕੇ ਚਲੇ ਜਾਣ ਦੀ ਚੇਤਾਵਨੀ ਦਿੱਤੀ ਗਈ ਸੀ। ਪਰ ਕਹਿੰਦੇ ਹਨ ਕਿ ਗੁਲਾਮ ਕੀ ਤੇ ਉਜ਼ਰ ਕੀ। ਛੇਤੀ ਹੀ ਸਰਦਾਰ ਚਰਨਜੀਤ ਸਿੰਘ ਨੂੰ ਇਸ ਗੁਸਤਾਖੀ ਲਈ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਕੋਲ ਜ਼ਾਤੀ ਤੌਰ ਤੇ ਜਾ ਕੇ ਕੀਰਾਂ ਵਾਂਗ ਨਾ ਸਿਰਫ ਮੁਆਫੀ ਮੰਗਣੀ ਪੈ ਗਈ, ਸਗੋਂ ਹਜ਼ਾਰਾਂ ਸਿੱਖਾਂ ਦੀਆਂ ਲਾਸ਼ਾਂ ਉੱਤੇ ਪੈਰ ਧਰ ਕੇ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚੇ ਪ੍ਰਧਾਨ ਮੰਤਰੀ ਨੂੰ ਦਲੇਰ ਪੁਰਸ਼ ਕਹਿ ਕੇ ਜਾਨ ਖਲਾਸੀ ਕਰਨੀ ਪਈ ਸੀ। ਮਹਿੰਦਰ ਸਿੰਘ ਸਾਥੀ ਦਿੱਲੀ ਦਾ ਮੇਅਰ ਸੀ। ਉਸ ਨੂੰ ਕਾਂਗਰਸ ਪਾਰਟੀ ਅਤੇ ਇੰਦਰਾ ਗਾਂਧੀ ਦਾ ਅਨੰਨ ਭਗਤ ਹੋਣ ਦੀ ਬਿਨਾਹ ਤੇ ਦਿੱਲੀ ਦੇ ਮੇਅਰ ਦੇ ਅਹੁਦੇ ਨਾਲ ਨਿਵਾਜਿਆ ਗਿਆ ਸੀ। ਕਤਲੇਆਮ ਦੌਰਾਨ ਦੱਖਣੀ ਦਿੱਲੀ ਦੀ ਇੱਕ ਸਿੱਖ ਬਸਤੀ ਹੇਮਕੁੰਟ ਵਿੱਚ ਰਹਿਣ ਵਾਲੀ ਕਿਰਨਵਾਸੂ ਨਾਂ ਦੀ ਇੱਕ ਸਿੱਖ ਬੀਬੀ ਨੇ ਬਿਪਤਾ ਦੀ ਘੜੀ ਵਿੱਚ ਮਹਿੰਦਰ ਸਿੰਘ ਸਾਥੀ ਨੂੰ ਮਦਦ ਕਰਨ ਲਈ ਫੋਨ ਕੀਤਾ। ਅੱਗੋਂ ਸਿੱਖ ਮੇਅਰ ਨੇ ਆਪਣੀ ਲਾਚਾਰੀ ਪ੍ਰਗਟਾਉਂਦਿਆਂ ਕਿਹਾ, ਮੇਰੇ ਉੱਤੇ ਤਾਂ ਆਪ 4 ਹਮਲੇ ਹੋ ਚੁੱਕੇ ਹਨ, ਤੇਰਾ ਮੈਂ ਕੀ ਸਵਾਰ ਸਕਦਾ ਹਾਂ। ਸਾਥੀ ਨੇ ਬਾਅਦ ਵਿੱਚ ਦੱਸਿਆ ਕਿ ਉਹ ਲੈਫਟੀਨੈਂਟ ਗਵਰਨਰ ਨਾਲ ਸੰਪਰਕ ਕਰਨ ਲਈ 18 ਘੰਟਿਆਂ ਤੱਕ ਯਤਨ ਕਰਦਾ ਰਿਹਾ ਤਾਂ ਨਹੀਂ ਕਿੱਥੇ ਡੁੱਬ ਗਿਆ ਸੀ।
31 ਅਕਤੂਬਰ ਨੂੰ ਮਹਿੰਦਰ ਸਿੰਘ ਸਾਥੀ ਜਦੋਂ ਹਸਪਤਾਲ ਵਿੱਚ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਗਿਆ ਸੀ ਤਾਂ ਉਦੋਂ ਵੀ ਉਸ ਨੂੰ ਕਾਰ ਵਿੱਚੋਂ ਘੜੀਸ ਕੇ ਬਾਹਰ ਕੱਢਣ ਦਾ ਯਤਨ ਕੀਤਾ ਗਿਆ ਸੀ। 1992 ਤੱਕ ਡਾਕਟਰ ਮਨਮੋਹਨ ਸਿੰਘ ਦਾ ਰਾਜਨੀਤੀ ਨਾਲ ਕੋਈ ਲਾਗਾ ਦੇਗਾ ਨਹੀਂ ਸੀ। ਆਰਥਿਕ ਮਾਮਲਿਆਂ ਦੇ ਮਾਹਰ ਹੋਣ ਦੀ ਹੈਸੀਅਤ ਵਿੱਚ ਲੰਮੇ ਚਿਰ ਤੋਂ ਕੌਮ ਦੀ ਵਡਮੁੱਲੀ ਸੇਵਾ ਨਿਭਾਉਂਦਾ ਆ ਰਿਹਾ ਹੈ। 80ਵੀਆਂ ਵਿੱਚ ਜਦ ਉਸ ਨੇ ਮੁੜ ਤੋਂ ਦਿੱਲੀ ਸਕੂਲ ਆਫ ਇਕਨੋਮਿਕਸ ਵਿੱਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਤਾਂ ਉਸ ਨੇ ਅਸ਼ੋਕ ਵਿਹਾਰ ਵਿੱਚ ਆਪਣਾ ਫਲੈਟ ਆਪਣੀ ਧੀ ਉਪਿੰਦਰ ਕੌਰ ਅਤੇ ਉਸ ਦੇ ਪਤੀ ਜੋ ਕਿ ਹਿੰਦੂ ਸੀ ਨੂੰ ਸੌਂਪ ਦਿੱਤਾ ਸੀ ਅਤੇ ਆਪ ਕਾਲਜ ਦੇ ਪ੍ਰੋਫੈਸਰਾਂ ਦੇ ਕੁਆਰਟਰਾਂ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਸੀ। ਪਰ ਘਰ ਉੱਤੇ ਨਾਂ ਦਾ ਫੱਟਾ ਮਨਮੋਹਨ ਸਿੰਘ ਦਾ ਹੀ ਰਹਿਣ ਦਿੱਤਾ ਗਿਆ ਸੀ। ਮਨਮੋਹਨ ਸਿੰਘ ਦੀ ਪਤਨੀ ਨੇ ਬਾਅਦ ਵਿੱਚ ਖੁਲਾਸਾ ਕੀਤਾ ਕਿ ਨਵੰਬਰ 84 ਵਿੱਚ ਗੁੰਡਿਆਂ ਦੀ ਇੱਕ ਟੋਲੀ ਨੇ ਸਿੱਖ ਦਾ ਮਕਾਨ ਹੈ ਜਲਾ ਦਿਓ ਦੇ ਹੋਕਰੇ ਮਾਰਦਿਆਂ ਅਸ਼ੋਕ ਵਿਹਾਰ ਵਿਚਲੇ ਸਾਡੇ ਉਸ ਫਲੈਟ ਨੂੰ ਅੱਗ ਲਾ ਕੇ ਸਾੜ ਦੇਣ ਦਾ ਯਤਨ ਕੀਤਾ। ਉਸ ਮੌਕੇ ਸਾਡਾ ਜਵਾਈ ਵਿਜੇ ਬਾਹਰ ਨਿਕਲਿਆ ਅਤੇ ਭੀੜ ਨੂੰ ਲਲਕਾਰ ਕੇ ਕਹਿਣ ਲੱਗਾ, ਇਹ ਮੇਰਾ ਘਰ ਹੈ, ਮੈਂ ਹਿੰਦੂ ਹਾਂ। ਇਹ ਸੁਣ ਕੇ ਭੀੜ ਨੇ ਫਲੈਟ ਨੂੰ ਬਖਸ਼ ਦਿੱਤਾ ਸੀ। ਖੁਸ਼ਵੰਤ ਸਿੰਘ ਨੇ ਇਸ ਉੱਤੇ ਮਜ਼ਾਕੀਆ ਟਿੱਪਣੀ ਕਰਦਿਆਂ ਸ਼੍ਰੀਮਤੀ ਮਨਮੋਹਨ ਸਿੰਘ ਨੂੰ ਕਿਹਾ ਸੀ, ਕੰਮ ਆ ਗਿਆ ਹਿੰਦੂ ਜਵਾਈ, ਜਿਸ ਦੇ ਜਵਾਬ ਵਿੱਚ ਉਸ ਨੇ ਹੱਸ ਕੇ ਕਿਹਾ ਸੀ, ਹਾਂ ਕੰਮ ਆ ਗਿਆ। ਜਿਨ੍ਹਾਂ ਬਦਨਸੀਬ ਸਿੱਖਾਂ ਦਾ ਕੋਈ ਹਿੰਦੂ ਜਵਾਈ ਨਹੀਂ ਸੀ ਉਹ ਆਪਣੀਆਂ ਜਾਨਾਂ ਤੇ ਮਕਾਨਾਂ ਦੋਵਾਂ ਤੋਂ ਹੱਥ ਧੋ ਬੈਠੇ ਸਨ। ਨਵੰਬਰ 1984 ਤੱਕ ਸਿੱਖਾਂ ਨੂੰ ਫੌਜੀ ਸੂਰਮਿਆਂ ਦੇ ਰੂਪ ਵਿੱਚ ਦੇਸ਼ ਦੀ ਰੱਖਿਆ ਹਿੱਤ ਕੀਤੀਆਂ ਆਪਣੀਆਂ ਕੁਰਬਾਨੀਆਂ ਦਾ ਬਹੁਤ ਜ਼ਿਆਦਾ ਮਾਣ ਸੀ। ਇਹ ਭਾਵਨਾ ਸਿੱਖਾਂ ਅੰਦਰ ਇੰਨੀ ਵਿਆਪਕ ਤੇ ਇੰਨੀ ਪ੍ਰਬਲ ਸੀ ਕਿ ਉਹ ਆਪਣੇ ਆਪ ਨੂੰ ਭਾਰਤ ਦੇ ਵਿਸ਼ੇਸ਼ ਸ਼ਹਿਰੀ ਤਸੱਵਰ ਕਰਦੇ ਸਨ। 31 ਅਕਤੂਬਰ ਨੂੰ ਇੰਦਰਾ ਗਾਂਧੀ ਦੇ ਕਤਲ ਨਾਲ ਹੀ ਸਥਿਤੀ ਨੇ ਸਿਫਤੀ ਮੋੜ ਕੱਟ ਲਿਆ। ਫਿਰਕੂ ਜਨੂਨ ਵਿੱਚ ਅੰਨੀਆਂ ਹੋਈਆਂ ਹਥਿਆਰੀਆਂ ਭੀੜਾਂ ਨੇ ਨਾ ਕਿਸੇ ਸਿੱਖ ਦੀ ਫੌਜੀ ਵਰਦੀ ਵੇਖੀ, ਨਾ ਉਸ ਦੇ ਮੋਢੇ ਉੱਤੇ ਲੱਗੇ ਸਟਾਰਾਂ ਦਾ ਰੂਪ ਮੰਨਿਆ, ਨਾ ਛਾਤੀ ਉੱਤੇ ਸੱਜੇ ਹੋਏ ਬਹਾਦਰੀ ਦੇ ਤਗਮਿਆਂ ਦੀ ਕੋਈ ਪਰਵਾਹ ਕੀਤੀ। ਬਾਕੀ ਸਿੱਖ ਵਰਗਾਂ ਵਾਂਗ ਹੀ ਸਿੱਖ ਫੌਜੀਆਂ ਨੂੰ ਵੀ ਘਰਾਂ ਅਤੇ ਰੇਲ ਗੱਡੀਆਂ ਚੋਂ ਕੱਢ ਕੇ ਉਸੇ ਬੇਰਹਿਮੀ ਨਾਲ ਕਤਲ ਕੀਤਾ ਜਾਂ ਜਿਉਂਦਿਆਂ ਨੂੰ ਅੱਗਾਂ ਲਾ ਕੇ ਸਾੜ ਦਿੱਤਾ ਗਿਆ। ਕਿੰਨਾ ਕਰੂਰ ਵਿਅੰਗ ਸੀ ਕਿ ਬਾਹਰਲੇ ਦੁਸ਼ਮਣਾਂ ਤੋਂ ਦੇਸ਼ ਦੀ ਰੱਖਿਆ ਕਰਨ ਦਾ ਮਾਣ ਕਰਨ ਵਾਲੇ ਸਿੱਖ ਫੌਜੀਆਂ ਨੂੰ ਦੇਸ਼ ਦੇ ਅੰਦਰ ਹੀ ਅਚਾਨਕ ਉਹਨਾਂ ਦੇ ਦੁਸ਼ਮਣ ਬਣ ਗਏ। ਬਹੁ ਗਿਣਤੀ ਭਾਈਚਾਰੇ ਕੋਲੋਂ ਆਪਣੀ ਰੱਖਿਆ ਕਰਨੀ ਮੁਸ਼ਕਲ ਹੋ ਗਈ ਸੀ। ਦਸੰਬਰ 1971 ਦੀ ਭਾਰਤ ਪਾਕਿਸਤਾਨ ਦੀ ਜੰਗ ਦੇ ਹੀਰੋ ਜਨਰਲ ਜਗਜੀਤ ਸਿੰਘ ਅਰੋੜਾ ਤੇ ਉਸ ਦੀ ਪਤਨੀ ਦੀ ਆਪਣੇ ਘਰ ਅੰਦਰ ਜਾਨ ਸੁਰੱਖਿਅਤ ਨਹੀਂ ਸੀ ਰਹੀ। ਉਹਨਾਂ ਨੂੰ ਆਪਣੇ ਹਿੰਦੂ ਦੋਸਤ ਇੰਦਰ ਕੁਮਾਰ ਗੁਜਰਾਲ ਦੇ ਘਰ ਵਿੱਚ ਲੁਕ ਕੇ ਜਾਨ ਬਚਾਉਣੀ ਪੈ ਗਈ ਸੀ। ਸਤੰਬਰ 1965 ਦੀ ਭਾਰਤ ਪਾਕਿਸਤਾਨ ਜੰਗ ਦੇ ਇੱਕ ਹੋਰ ਨਾਇਕ ਜਨਰਲ ਹਰਬਖਸ਼ ਸਿੰਘ ਨੂੰ ਕਿਸੇ ਹਿੰਦੂ ਦੋਸਤ ਦੇ ਘਰ ਵਿੱਚ ਪਨਾਹ ਲੈਣ ਦਾ ਅਪਮਾਨ ਅਤੇ ਮਾਨਸਿਕ ਸੰਤਾਪ ਤਾਂ ਨਹੀਂ ਝੱਲਣਾ ਪਿਆ, ਪਰ ਆਪਣੀ ਜਾਨ ਅਤੇ ਆਪਣੇ ਪਰਿਵਾਰ ਦੀਆਂ ਔਰਤ ਮੈਂਬਰਾਂ ਦੀ ਇੱਜ਼ਤ ਸਨਮਾਨ ਦੀ ਰੱਖਿਆ ਕਰਨ ਲਈ ਉਸ ਨੂੰ ਘਰ ਦੀ ਛੱਤ ਤੇ ਬੰਦੂਕ ਲੈ ਕੇ ਪਹਿਰਾ ਦੇਣਾ ਪਿਆ ਸੀ। ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਸਟੇਸ਼ਨਾਂ ਤੇ ਲਹੂ ਤੇ ਆਏ ਹਿੰਦੂ ਹਜੂਮਾਂ ਵੱਲੋਂ ਗੱਡੀਆਂ ਨੂੰ ਰੋਕ ਕੇ ਉਹਨਾਂ ਵਿੱਚ ਸਫ਼ਰ ਕਰ ਰਹੇ ਸਿੱਖ ਫੌਜੀਆਂ ਨੂੰ ਚੁਣ-ਚੁਣ ਕੇ ਬਾਹਰ ਖਿੱਚ ਲਿਆਉਣ, ਕਿਲਕਾਰੀਆਂ ਦੇ ਸ਼ੋਰ ਵਿੱਚ ਉਹਨਾਂ ਨੂੰ ਕੁੱਟ-ਕੁੱਟ ਕੇ ਬੁਰੀ ਤਰ੍ਹਾਂ ਘਾਇਲ ਕਰ ਦੇਣ ਅਤੇ ਫਿਰ ਜਿਉਂਦਿਆਂ ਨੂੰ ਅੱਗਾਂ ਲਾ ਕੇ ਸਾੜ ਦੇਣ ਅਤੇ ਸੜਦਿਆਂ ਤੜਫਦਿਆਂ ਨੂੰ ਵੇਖ ਕੇ ਖੁਸ਼ੀ ਵਿੱਚ ਬਾਗੀਆਂ ਪਾਉਣ ਦੀਆਂ ਵਾਰਦਾਤਾਂ ਦਾ ਜ਼ਿਕਰ ਹਰ ਗੈਰ ਸਰਕਾਰੀ ਪੜਤਾਲੀਆ ਰਿਪੋਰਟ ਵਿੱਚ ਕੀਤਾ ਗਿਆ ਹੈ। ਅਖਬਾਰਾਂ ਵਿੱਚ ਇਸ ਤਰ੍ਹਾਂ ਦੀਆਂ ਕਿੰਨੀਆਂ ਹੀ ਹੌਲਨਾਕ ਰਿਪੋਰਟਾਂ ਛਪੀਆਂ ਹਨ। ਗੁਰਦੇਵ ਗਰੇਵਾਲ ਨੇ ਆਪਣੀ ਕਿਤਾਬ ਵਿੱਚ ਬਦਰਪੁਰ ਰੇਲਵੇ ਸਟੇਸ਼ਨ ਤੇ ਪਈ
ਇੱਕ ਫੌਜੀ ਅਫਸਰ ਦੀ ਲਾਸ਼ ਦੀ ਦਿਲ ਵਿੰਨਵੀਂ ਤਸਵੀਰ ਇਸ ਤਰ੍ਹਾਂ ਖਿੱਚੀ ਹੈ। ਇੱਕ ਅਜਿਹੇ ਸਿੱਖ ਅਫਸਰ ਜਿਸ ਨੂੰ ਸਰਕਾਰ ਨੇ ਬਹਾਦਰੀ ਅਤੇ ਸੂਰਮਗਤੀ ਵਿਖਾਉਣ ਬਦਲੇ ਉਚੇਚੇ ਸਨਮਾਨ ਨਾਲ ਨਿਵਾਜਿਆ ਸੀ, ਦੀ ਤਰਾਸਦੀ ਇੰਨੀ ਡੂੰਘੀ ਹੈ ਕਿ ਉਸ ਨੂੰ ਹੰਝੂਆਂ ਨਾਲ ਵੀ ਬਿਆਨ ਨਹੀਂ ਕੀਤਾ ਜਾ ਸਕਦਾ। ਹੁਣ ਉਹ ਪੂਰੀ ਸੂਰੀ ਵਰਦੀ ਪਹਿਨੀ ਬਦਰਪੁਰ ਦੇ ਰੇਲਵੇ ਸਟੇਸ਼ਨ ਤੇ ਟੱਠਾ ਪਿਆ ਸੀ ਅਤੇ ਉਸ ਦੀਆਂ ਵਫਾਦਾਰੀ ਦੀਆਂ ਫੀਤੀਆਂ ਖੂਨ ਨਾਲ ਗਲੋਚ ਹੋਈਆਂ ਪਈਆਂ ਸਨ। ਉਸ ਦੀ ਮੌਤ ਉੱਤੇ ਨਾ ਕੋਈ ਬਿਗਲ ਵੱਜਿਆ ਸੀ ਤੇ ਨਾ ਉਸ ਦੀ ਰੈਜੀਮੈਂਟ ਨੇ ਆਪਣੇ ਮਰੇ ਯੋਧੇ ਨੂੰ ਅੰਤਮ ਵਿਦਾਇਗੀ ਦੇਣ ਲਈ ਹਥਿਆਰ ਪੁੱਠੇ ਕੀਤੇ ਸਨ। ਪੱਤਰਕਾਰ ਇਵਾਨ ਫੇਰਾ ਨੇ ਦਿੱਲੀ ਦੀ ਪਾਲਮ ਰੋਡ ਤੇ ਦੰਗਾ ਪੀੜਤ ਫੌਜੀਆਂ ਨਾਲ ਭਰੇ ਇੱਕ ਸ਼ਰਨਾਰਥੀ ਕੈਂਪ ਦੀ ਬਹੁਤ ਹੀ ਕਰੁਣਾਮਈ ਤਸਵੀਰ ਖਿੱਚੀ ਸੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਕਿਵੇਂ ਕੈਂਪ ਦੀ ਨਿਗਰਾਨੀ ਕਰ ਰਹੇ ਅਧਿਕਾਰੀ ਪੀੜਤ ਜਵਾਨਾਂ ਨੂੰ ਪੱਤਰਕਾਰਾਂ ਕੋਲ ਆਪਣੀ ਵਿਥਿਆ ਸੁਣਾਉਣ ਤੋਂ ਵਰਜ ਰਹੇ ਸਨ ਅਤੇ ਕਿਵੇਂ ਕੁਝ ਜਵਾਨ ਅਤੇ ਜੂਨੀਅਰ ਕਮਿਸ਼ਨਰਡ ਅਫਸਰ ਵਹਿਸ਼ੀ ਜ਼ੁਲਮ ਵੇਖ ਕੇ ਇੰਨੇ ਸਹਿਮੇ ਹੋਏ ਸਨ ਕਿ ਉਹ ਮੁੜ ਫੌਜੀ ਡਿਊਟੀ ਉੱਤੇ ਜਾਣ ਤੋਂ ਝਿਜਕ ਵਿਖਾ ਰਹੇ ਸਨ। ਇੱਕ ਸਿੱਖ ਫੌਜੀ ਜਵਾਨ ਨੇ ਇਵਾਨ ਫੇਰਾ ਕੋਲ ਆਪਣੇ ਦਿਲ ਦਾ ਦਰਦ ਪ੍ਰਗਟ ਕਰਦਿਆਂ ਬੇਹੱਦ ਦੁੱਖ ਅਤੇ ਸ਼ਿਕਵੇ ਦੀ ਸੁਰ ਵਿੱਚ ਪੁੱਛਿਆ ਸੀ ਕਿ ਅਫਸਰ ਸਾਨੂੰ ਡਿਸਚਾਰਜ ਕਰਕੇ ਪੰਜਾਬ ਨੂੰ ਵਾਪਸ ਕਿਉਂ ਨਹੀਂ ਤੋਰ ਦਿੰਦੇ। ਇੱਥੇ ਹੁਣ ਸਾਡਾ ਕੋਈ ਹਾਲ ਨਹੀਂ ਰਹਿ ਗਿਆ। ਫੌਜੀ ਅਧਿਕਾਰੀਆਂ ਨੇ ਸਿੱਖ ਵਿਰੋਧੀ ਫਿਰਕੂ ਹਿੰਸਾ ਵਿੱਚ ਮਰਨ ਵਾਲੇ ਫੌਜੀਆਂ ਦੀ ਨਫਰੀ ਸਿਰਫ 34 ਦੱਸੀ ਹੈ, ਜਦੋਂ ਕਿ ਪ੍ਰਤਾਪ ਸਿੰਘ ਫੂਲਕਾ ਨਾਂ ਦੇ ਇੱਕ ਸੇਵਾ ਮੁਕਤ ਫੌਜੀ ਅਫਸਰ ਨੇ ਕੁੱਲ ਮਿਲਾ ਕੇ 300 ਦੇ ਕਰੀਬ ਸਿੱਖ ਫੌਜੀ ਜਵਾਨਾਂ ਤੇ ਅਫਸਰਾਂ ਦੇ ਕਤਲ ਕੀਤੇ ਜਾਣ ਦਾ ਖਦਸ਼ਾ ਪ੍ਰਗਟ ਕੀਤਾ ਹੈ। ਲੇਖਕ ਸਰਦਾਰ ਅਜਮੇਰ ਸਿੰਘ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।